ਮੇਰੇ ਜਨਮ ਹੁੰਦਿਆਂ ਹੀ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ। ਮੇਰੇ ਪਿਤਾ ਜੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਸਾਰੇ ਮੈਨੂੰ ਮਨਹੂਸ ਕਹਿੰਦੇ ਸਨ। ਮੈਂ ਬਹੁਤ ਸੋਹਣੀ ਸੀ, ਪਰ ਮੇਰੀ ਭੂਆ ਨੇ ਮੇਰਾ ਵਿਆਹ ਆਪਣੇ ਨੌਕਰ ਦੇ 14 ਸਾਲ ਦੇ ਪੁੱਤਰ ਨਾਲ ਕਰਵਾ ਦਿੱਤਾ। ਮੇਰੀ ਭੂਆ ਦੁਨੀਆ ਨੂੰ ਦਿਖਾਉਣ ਲਈ ਬਹੁਤ ਚੰਗੀ ਔਰਤ ਸੀ। ਉਹ ਅਨਾਥ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਦਾ ਸਹਾਰਾ ਬਣਦੀ ਸੀ। ਰਾਮੂ ਜੋ ਆਪਣੇ ਪਿੱਛੇ 2 ਸਾਲ ਦੇ ਬੇਟੇ ਨੂੰ ਛੱਡ ਕੇ ਮਰ ਗਿਆ ਸੀ, ਉਸ ਨੂੰ ਮੇਰੀ ਭੂਆ ਨੇ ਪਾਲਿਆ ਸੀ। ਮੇਰੀ ਮਾਂ ਦੀ ਮੌਤ ਤੋਂ ਬਾਅਦ ਮੇਰੀ ਭੂਆ ਨੇ ਮੈਨੂੰ ਵੀ ਪਾਲਿਆ ਅਤੇ ਮੇਰੀ ਭੂਆ ਨੇ ਮੇਰਾ ਵਿਆਹ ਆਪਣੇ ਨੌਕਰ ਦੇ 14 ਸਾਲਾਂ ਦੇ ਬੇਟੇ ਨਾਲ ਕਰਵਾ ਦਿੱਤਾ, ਜਿਸ ਨੂੰ ਮੈਂ ਆਪਣੇ ਹੱਥਾਂ ਵਿੱਚ ਖਿਡਾਉਂਦੀ ਰਹੀ ਸੀ ਤੇ ਹੁਣ ਉਹ ਮੇਰਾ ਪਤੀ ਬਣ ਬੈਠਾ ਸੀ। ਪਰ ਮੇਰੇ ਸਿਰ ਤੇ ਅਸਮਾਨ ਉਸ ਸਮੇਂ ਡਿੱਗ ਪਿਆ ਜਦੋਂ ਉਹ ਬੱਚਾ ਮੇਰੇ ਕਮਰੇ ਵਿੱਚ ਆਉਂਦੇ ਹੀ ਮੇਰੇ ਨਾਲ। ਜ਼ਿੰਦਗੀ ਮੇਰੇ ਨਾਲ ਇਸ ਤੋਂ ਵੱਡਾ ਮਜ਼ਾਕ ਹੋਰ ਕੀ ਕਰੇਗੀ। ਮੈਂ ਬੈੱਡ ਤੇ ਬੈਠੀ ਸੋਚ ਰਹੀ ਸੀ ਕਿ ਜ਼ਿੰਦਗੀ ਮੈਨੂੰ ਕਿੱਥੇ ਲੈ ਗਈ ਹੈ। ਮੇਰੀਆਂ ਇੰਨੀਆਂ ਖੁਆਇਸ਼ਾਂ ਤੋਂ ਬਾਅਦ ਮੇਰਾ ਵਿਆਹ ਉਸ ਲੜਕੇ ਨਾਲ ਹੋ ਗਿਆ ਜਿਸ ਨੂੰ ਮੈਂ ਖੁਦ ਪਾਲਿਆ ਪੋਸਿਆ ਸੀ, ਜੋ ਮੇਰੇ ਤੋਂ ਤਕਰੀਬਨ 14 ਸਾਲ ਛੋਟਾ ਸੀ। ਜ਼ਿੰਦਗੀ ਅਸਲ ਵਿੱਚ ਵਿਅਕਤੀ ਦਾ ਮਜ਼ਾਕ ਉਡਾ ਕੇ ਛੱਡਦੀ ਹੈ। ਮੇਰੇ ਨਾਲ ਵੀ ਅਜਿਹਾ ਹੀ ਹੋ ਰਿਹਾ ਸੀ। ਮੇਰਾ ਦਿਲ ਖੂਨ ਦੇ ਹੰਝੂ ਰੋ ਰਿਹਾ ਸੀ ਕਿਉਂਕਿ ਮੈਂ ਬਹੁਤ ਸੋਹਣੀ ਤੇ ਜਵਾਨ ਕੁੜੀ ਸੀ। ਮੈਂ ਸੋਚਿਆ ਸੀ ਕਿ ਮੇਰਾ ਵਿਆਹ ਇੱਕ ਚੰਗੇ ਪਰਿਵਾਰ ਅਤੇ ਚੰਗੇ ਵਿਅਕਤੀ ਨਾਲ ਹੋਵੇਗਾ, ਪਰ ਮੇਰੀ ਭੂਆ ਨੇ ਮੇਰਾ ਵਿਆਹ 14 ਸਾਲ ਦੇ ਲੜਕੇ ਨਾਲ ਕਰਵਾ ਦਿੱਤਾ। ਪਰ ਅਜਿਹਾ ਕਿਉਂ ਅਤੇ ਕਿਵੇਂ ਹੋਇਆ, ਇਹ ਇੱਕ ਵੱਖਰੀ ਕਹਾਣੀ ਹੈ। ਉਹ ਇੱਕ ਸਰਦੀਆਂ ਦੀ ਰਾਤ ਸੀ ਜਦੋਂ ਮੈਂ ਪੈਦਾ ਹੋਈ। ਮੇਰਾ ਰੋਣਾ ਸੁਣ ਕੇ ਮੇਰੀ ਭੂਆ ਨੇ ਕਿਹਾ ਕਿ ਇਹ ਆਵਾਜ਼ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਨਹੀਂ ਲੱਗਦੀ। ਇਹ ਸੁਣ ਕੇ ਸਾਰੇ ਹੱਸਣ ਲੱਗੇ। ਇਹ ਮੇਰੇ ਲਈ ਇੱਕ ਮਜ਼ਾਕ ਨਾਲੋਂ ਜ਼ਿਆਦਾ ਇੱਕ ਸੱਚਾਈ ਬਣ ਗਈ। ਜਦੋਂ ਮੇਰੀ ਮਾਂ ਦਾ ਮੇਰੇ ਜਨਮ ਤੋਂ ਕੁਝ ਘੰਟਿਆਂ ਬਾਅਦ ਹੀ ਦੇਹਾਂਤ ਹੋ ਗਿਆ ਅਤੇ ਉਸ ਤੋਂ ਬਾਅਦ ਮੈਂ ਇੱਕ ਮਨਹੂਸ ਵਜੋਂ ਮਸ਼ਹੂਰ ਹੋ ਗਈ। ਜੋ ਵੀ ਮੇਰੇ ਘਰ ਆਉਂਦਾ, ਮੇਰੀ ਭੂਆ ਉਸ ਨੂੰ ਕਹਿੰਦੀ ਕਿ ਇਹ ਕੁੜੀ ਬਹੁਤ ਮਨਹੂਸ ਹੈ, ਇਸ ਕਾਰਨ ਇਸ ਦੀ ਆਪਣੀ ਮਾਂ ਦੀ ਮੌਤ ਹੋ ਗਈ। ਇਸ ਲਈ ਸੋਚੋ ਕਿ ਉਹ ਸਾਡੇ ਘਰਾਂ ਵਿੱਚ ਕੀ ਤਬਾਹੀ ਲਿਆਵੇਗੀ। ਇਸ ਲਈ ਮੈਨੂੰ ਤਾਂ ਕੋਈ ਵੀ ਆਪਣੇ ਘਰ ਲਿਜਾਣ ਲਈ ਤਿਆਰ ਨਹੀਂ ਸੀ, ਪਰ ਮੇਰੀ ਭੂਆ ਦੇ ਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਤੁਸੀਂ ਆਪਣੀ ਭਤੀਜੀ ਨੂੰ ਇਸ ਤਰ੍ਹਾਂ ਇਕੱਲਾ ਨਹੀਂ ਛੱਡ ਸਕਦੇ। ਤੁਸੀਂ ਆਪਣੇ ਨੌਕਰ ਦੇ ਬੱਚੇ ਦਾ ਪਾਲਣ ਪੋਸ਼ਣ ਕਰ ਸਕਦੇ ਹੋ, ਫਿਰ ਆਪਣੀ ਭਤੀਜੀ ਨੂੰ ਸਹਾਰਾ ਕਿਉਂ ਨਹੀਂ ਦੇ ਸਕਦੇ। ਇਸ ਸਮੇਂ ਉਸ ਨੂੰ ਤੁਹਾਡੀ ਮਦਦ ਦੀ ਲੋੜ ਹੈ। ਉਹ ਵਿਚਾਰੀ ਕੁੜੀ ਅਜੇ ਬਹੁਤ ਛੋਟੀ ਹੈ, ਉਹ ਤਾਂ ਹੁਣੇ ਹੀ ਜੰਮੀ ਹੈ, ਤਾਂ ਉਹ ਕਿੱਥੇ ਜਾਵੇਗੀ। ਇੱਥੋਂ ਤੱਕ ਕਿ ਉਸ ਦਾ ਪਿਤਾ ਵੀ ਇਸ ਦੁਨੀਆ ਵਿੱਚ ਨਹੀਂ ਹੈ। ਭੂਆ ਨੇ ਬੇਸ਼ੱਕ ਮੇਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ, ਪਰ ਮੈਂ ਮਨਹੂਸ ਵਜੋਂ ਮਸ਼ਹੂਰ ਹੋ ਗਈ ਸੀ। ਜਦੋਂ ਮੈਂ ਆਪਣੀ ਮਾਂ ਦੇ ਗਰਭ ਵਿੱਚ 3 ਮਹੀਨਿਆਂ ਦੀ ਸੀ ਤਾਂ ਮੇਰੇ ਪਾਪਾ ਮੈਨੂੰ ਛੱਡ ਗਏ ਸਨ। ਮਾਂ ਨੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਮੈਨੂੰ ਜਨਮ ਦਿੱਤਾ ਅਤੇ ਫਿਰ ਉਹ ਵੀ ਮੈਨੂੰ ਛੱਡ ਕੇ ਚਲੀ ਗਈ। ਉਸ ਤੋਂ ਬਾਅਦ ਮੇਰੀ ਭੂਆ ਨੇ ਮੇਰਾ ਪਾਲਣ ਪੋਸ਼ਣ ਹੀ ਕੀਤਾ, ਪਰ ਜਦੋਂ ਮੈਂ 7 ਸਾਲ ਦੀ ਹੋਈ ਤਾਂ ਘਰ 'ਚ ਬਹੁਤ ਸਾਰੀ ਦੌਲਤ ਆਉਣ ਲੱਗੀ ਅਤੇ ਭੂਆ ਦੇ ਘਰ ਇੰਨੀ ਦੌਲਤ ਸੀ ਕਿ ਸਾਰੇ ਪਰਿਵਾਰ ਦਾ ਧਿਆਨ ਮੇਰੇ ਵੱਲ ਹੋ ਗਿਆ, ਕਿਉਂਕਿ ਮੇਰੇ ਘਰ ਆਉਣ ਨਾਲ ਹੀ ਭੂਆ ਦੇ ਘਰ ਦੌਲਤ ਆਈ ਸੀ। ਉਹ ਸਭ ਨੂੰ ਕਹਿੰਦੀ ਸੀ ਕਿ ਉਹ ਬਹੁਤ ਖੁਸ਼ਕਿਸਮਤ ਨਿਕਲੀ। ਮੈਂ ਇਸ ਨੂੰ ਮੰਦਭਾਗਾ ਸਮਝਦੀ ਸੀ, ਪਰ ਇਸ ਦੇ ਆਉਣ ਨਾਲ ਮੇਰੇ ਘਰ ਦੀ ਸਥਿਤੀ ਸੁਧਰ ਗਈ। ਸ਼ਾਇਦ ਇਹ ਰੱਬ ਨੂੰ ਬਹੁਤ ਪਿਆਰੀ ਹੈ, ਕਿਉਂਕਿ ਰੱਬ ਨੇ ਉਸ ਦੇ ਜਨਮ ਲੈਂਦੇ ਹੀ ਉਸ ਦੇ ਮਾਪਿਆਂ ਨੂੰ ਖੋਹ ਲਿਆ ਸੀ। ਇਸ ਲਈ ਉਸ ਤੇ ਪਰਮਾਤਮਾ ਦੀ ਵਿਸ਼ੇਸ਼ ਮਿਹਰ ਹੈ। ਮੈਂ ਭੂਆ ਦੀ ਗੱਲ ਸੁਣ ਕੇ ਹੈਰਾਨ ਹੋ ਜਾਂਦੀ ਹਾਂ। ਪਹਿਲਾਂ ਭੂਆ ਮੈਨੂੰ ਮਨਹੂਸ ਕਹਿ ਕੇ ਬੁਲਾਉਂਦੀ ਸੀ, ਹੁਣ ਅਚਾਨਕ ਉਹ ਮੇਰੀ ਤਾਰੀਫ ਕਰਨ ਲੱਗ ਪਈ। ਹੋ ਸਕਦਾ ਹੈ ਕਿ ਅਜਿਹਾ ਹੁੰਦਾ ਵੀ ਨਾ ਜੇਕਰ ਵਿਚਕਾਰ ਕੋਈ ਹਾਦਸਾ ਨਾ ਵਾਪਰਿਆ ਹੁੰਦਾ, ਕਿਉਂਕਿ ਇੱਕ ਵਾਰ ਜਦੋਂ ਮੇਰੀ ਮਾਸੀ ਮੈਨੂੰ ਆਪਣੇ ਘਰ ਲੈ ਗਈ ਸੀ, ਜਿਸ ਦਿਨ ਤੋਂ ਮਾਸੀ ਮੈਨੂੰ ਆਪਣੇ ਘਰ ਲੈ ਗਈ ਸੀ ਤਾਂ ਮੇਰੀ ਭੂਆ ਦੇ ਘਰ ਘਾਟੇ ਤੋਂ ਬਾਅਦ ਘਾਟਾ ਪੈ ਰਿਹਾ ਸੀ ਅਤੇ ਦਿਨੋਂ ਦਿਨ ਇਹ ਘਾਟਾ ਵੱਧਦਾ ਦੇਖ ਕੇ ਭੂਆ ਨੂੰ ਸਮਝ ਆ ਗਈ ਕਿ ਇਹ ਕਿਉਂ ਹੋ ਰਿਹਾ ਹੈ। ਆਖਰ ਉਸਨੇ ਅੰਦਾਜ਼ਾ ਲਗਾਇਆ ਕਿ ਇਹ ਸਾਰਾ ਘਾਟਾ ਮੇਰੇ ਜਾਣ ਤੋਂ ਬਾਅਦ ਹੋ ਰਿਹਾ ਸੀ ਅਤੇ ਫਿਰ ਭੂਆ ਨੇ ਕੰਨ ਫੜ ਲਏ ਤੇ ਕਿਹਾ ਕਿ ਹੁਣ ਮੈਂ ਇਸ ਲੜਕੀ ਨੂੰ ਆਪਣੇ ਘਰੋਂ ਕਿਤੇ ਨਹੀਂ ਜਾਣ ਦੇਵਾਂਗੀ। ਅਤੇ ਫਿਰ ਉਹੀ ਗੱਲ ਹੋਈ। ਜਦੋਂ ਉਹ ਮੈਨੂੰ ਵਾਪਸ ਆਪਣੇ ਘਰ ਲੈ ਆਏ
ਤਾਂ ਘਰ ਦਾ ਨੁਕਸਾਨ ਘਟਣਾ ਸ਼ੁਰੂ ਹੋ ਗਿਆ। ਅਸਲ ਵਿੱਚ ਉਹੀ ਨੁਕਸਾਨ ਲਾਭ ਵਿੱਚ ਬਦਲਣ ਲੱਗਾ। ਹੁਣ ਮੇਰੀ ਭੂਆ ਨੂੰ ਵਿਸ਼ਵਾਸ ਹੋ ਗਿਆ ਕਿ ਇਸ ਕੁੜੀ ਦੇ ਸੱਚਮੁੱਚ ਬਹੁਤ ਸ਼ੁਭ ਕਦਮ ਹਨ। ਹੁਣ ਤੋਂ ਮੈਂ ਉਸ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿਆਂਗੀ। ਅਤੇ ਫਿਰ ਜੋ ਵੀ ਭੂਆ ਨੇ ਮੇਰੇ ਨਾਲ ਸ਼ੁਰੂ ਕੀਤਾ ਉਹ ਮੇਰੇ ਲਈ ਨਵੀਂ ਸਮੱਸਿਆ ਸੀ। ਮੈਂ ਸੋਚਦੀ ਸੀ ਕਿ ਭੂਆ ਮੇਰੇ ਨਾਲ ਚੰਗਾ ਸਲੂਕ ਕਰੇਗੀ, ਪਰ ਉਹ ਮੈਨੂੰ ਸੋਨੇ ਦੀ ਚਿੜੀ ਸਮਝਣ ਲੱਗੀ ਅਤੇ ਦਿਨ ਰਾਤ ਮੇਰੀ ਰੱਖਿਆ ਕਰਦੀ, ਜਿਵੇਂ ਮੈਂ ਕੰਚ ਦੀ ਗੁੱਡੀ ਹੋਵਾਂ ਜੋ ਕਿਧਰੋਂ ਟੁੱਟ ਨਾ ਜਾਵਾਂ। ਭੂਆ ਨੇ ਮੈਨੂੰ ਘਰ ਵਿੱਚ ਕੈਦ ਕਰ ਲਿਆ ਸੀ। ਉਹ ਨਾ ਤਾਂ ਮੈਨੂੰ ਕਿਸੇ ਨਾਲ ਮਿਲਣ ਦਿੰਦੀ ਸੀ ਅਤੇ ਨਾ ਹੀ ਕਿਸੇ ਨਾਲ ਗੱਲ ਕਰਨ ਦਿੰਦੀ ਸੀ। ਭੂਆ ਕਹਿੰਦੀ ਹੈ ਕਿ ਜੇ ਮੇਰੇ ਕੋਲ ਤੈਨੂੰ ਸਦਾ ਲਈ ਆਪਣੇ ਘਰ ਰੱਖਣ ਦਾ ਕੋਈ ਤਰੀਕਾ ਹੁੰਦਾ ਤਾਂ ਮੈਂ ਤੈਨੂੰ ਕਿਤੇ ਵੀ ਨਾ ਜਾਣ ਦਿੰਦੀ, ਪਰ ਮੈਂ ਕੀ ਕਰਾਂ। ਇੱਕ ਨਾ ਇੱਕ ਦਿਨ ਤੇਰਾ ਵਿਆਹ ਹੋ ਜਾਣਾ ਹੈ ਤੇ ਤੂੰ ਮੇਰਾ ਘਰ ਛੱਡ ਜਾਵੇਂਗੀ ਤੇ ਫਿਰ ਮੇਰੇ ਘਰ ਦੀ ਚੰਗੀ ਕਿਸਮਤ ਤੇਰੇ ਨਾਲ ਹੀ ਚਲੀ ਜਾਵੇਗੀ। ਮੈਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਭੂਆ ਕੀ ਕਹਿ ਰਹੀ ਸੀ ਤੇ ਉਹ ਕੀ ਕਹਿਣਾ ਚਾਹੁੰਦੀ ਸੀ। ਭੂਆ ਦੇ ਬਹੁਤੇ ਬੱਚੇ ਨਹੀਂ ਸਨ। ਉਸ ਦੀ ਇੱਕ ਧੀ ਵੀ ਸੀ ਜੋ ਅਜੇ ਬਹੁਤ ਛੋਟੀ ਸੀ, ਪਰ ਉਸਨੇ ਆਪਣੇ ਨੌਕਰ ਦਾ ਇੱਕ ਪੁੱਤਰ ਆਪਣੇ ਕੋਲ ਰੱਖਿਆ ਹੋਇਆ ਸੀ। ਭੂਆ ਦਾ ਨੌਕਰ ਆਪਣੇ 2 ਸਾਲ ਦੇ ਬੇਟੇ ਨੂੰ ਮੇਰੀ ਭੂਆ ਦੀ ਦੇਖ ਰੇਖ ਵਿੱਚ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ ਸੀ। ਉਸ ਤੋਂ ਬਾਅਦ ਮੇਰੀ ਭੂਆ ਨੇ ਰਾਮੂ ਦੇ ਪੁੱਤਰ ਰਵੀ ਨੂੰ ਪਾਲਿਆ, ਜੋ ਹੁਣ 14 ਸਾਲ ਦਾ ਸੀ ਅਤੇ ਮੈਂ 28 ਸਾਲਾਂ ਦੀ ਸੀ। ਮੇਰੇ ਰਿਸ਼ਤੇ ਆਉਂਦੇ ਸਨ, ਪਰ ਮੇਰੀ ਭੂਆ ਨਹੀਂ ਚਾਹੁੰਦੀ ਸੀ ਕਿ ਮੇਰਾ ਵਿਆਹ ਹੋ ਜਾਵੇ। ਉਸ ਨੂੰ ਲੱਗਾ ਕਿ ਜਿਵੇਂ ਹੀ ਮੈਂ ਉਸ ਦਾ ਘਰ ਛੱਡਿਆ ਉਸ ਨੂੰ ਘਾਟਾ ਪੈਣਾ ਸ਼ੁਰੂ ਹੋ ਜਾਵੇਗਾ ਅਤੇ ਜੋ ਪੈਸਾ ਉਸ ਕੋਲ ਬਚਿਆ ਸੀ ਉਹ ਖਤਮ ਹੋ ਜਾਵੇਗਾ। ਇਸੇ ਲਈ ਉਹ ਹੁਣ ਤੱਕ ਮੈਨੂੰ ਘਰ ਹੀ ਰੱਖ ਰਹੀ ਸੀ। ਪਰ ਤੁਸੀਂ ਜੋ ਵੀ ਸੀ, ਮੇਰੇ ਵਿਆਹ ਤੋਂ ਪਹਿਲਾਂ ਦੇ 28 ਸਾਲ ਬੜੇ ਆਰਾਮ ਨਾਲ ਬੀਤ ਗਏ ਸਨ। ਸਮੱਸਿਆ ਸਿਰਫ ਇਹ ਸੀ ਕਿ ਭੂਆ ਨੇ ਮੈਨੂੰ ਕਿਤੇ ਬਾਹਰ ਨਹੀਂ ਜਾਣ ਦਿੱਤਾ। ਇੱਕ ਦਿਨ ਮੇਰੀ ਮਾਸੀ ਮੇਰੇ ਘਰ ਆਈ ਅਤੇ ਡਰਾਇੰਗ ਰੂਮ ਵਿੱਚ ਬੈਠੀ ਮੇਰੀ ਭੂਆ ਨਾਲ ਗੱਲਾਂ ਕਰ ਰਹੀ ਸੀ। ਉਹ ਮੇਰੇ ਲਈ ਇੱਕ ਰਿਸ਼ਤਾ ਲੈ ਕੇ ਆਈ ਸੀ। ਮੁੰਡਾ ਬਹੁਤ ਚੰਗਾ ਤੇ ਪੜ੍ਹਿਆ ਲਿਖਿਆ ਸੀ। ਮਾਸੀ ਨੇ ਕਿਹਾ ਕਿ ਨਿਹਾਰਕਾ ਦਾ ਵਿਆਹ ਇਸ ਲੜਕੇ ਨਾਲ ਕਰ ਦੇਣਾ ਚਾਹੀਦਾ ਹੈ। ਨਿਹਾਰਕਾ ਉਸ ਮੁੰਡੇ ਨਾਲ ਬਹੁਤ ਖੁਸ਼ ਰਹੇਗੀ। ਮੁੰਡਾ ਬਹੁਤ ਸੋਹਣਾ, ਪੜ੍ਹਿਆ ਲਿਖਿਆ ਤੇ ਕੰਮ ਕਰਨ ਵਾਲਾ ਹੈ। ਮਾਸੀ ਨੇ ਭੂਆ ਨੂੰ ਪੁੱਛਿਆ ਕਿ ਤੁਸੀਂ ਨਿਹਾਰਕਾ ਬਾਰੇ ਕੀ ਸੋਚਦੇ ਹੋ। ਆਖਰਕਾਰ ਉਸ ਦਾ ਇੱਕ ਨਾ ਇੱਕ ਦਿਨ ਵਿਆਹ ਕਰਨਾ ਹੀ ਪਵੇਗਾ। ਫਿਰ ਤੁਸੀਂ ਮੇਰੇ ਦੁਆਰਾ ਲਿਆਂਦੇ ਇਸ ਰਿਸ਼ਤੇ ਨੂੰ ਸਵੀਕਾਰ ਕਿਉਂ ਨਹੀਂ ਕਰ ਰਹੇ ਹੋ। ਪਰ ਭੂਆ ਕਿਸੇ ਵੀ ਤਰ੍ਹਾਂ ਮੇਰਾ ਰਿਸ਼ਤਾ ਕਰਨ ਲਈ ਤਿਆਰ ਨਹੀਂ ਸੀ ਅਤੇ ਜਦੋਂ ਮਾਸੀ ਨੇ ਵੀ ਹਾਰ ਨਾ ਮੰਨੀ ਤਾਂ ਭੂਆ ਨੇ ਕਿਹਾ ਕਿ ਮੈਂ ਨਿਹਾਰਕਾ ਦਾ ਰਿਸ਼ਤਾ ਕਦੋਂ ਤੋਂ ਕਰ ਦਿੱਤਾ ਹੈ ਤੇ ਤੁਹਾਨੂੰ ਇਸ ਮੁੰਡੇ ਲਈ ਕੋਈ ਹੋਰ ਕੁੜੀ ਲੱਭਣੀ ਚਾਹੀਦੀ ਹੈ। ਇਹ ਸੁਣ ਕੇ ਭੂਆ ਹੈਰਾਨ ਹੋ ਗਈ ਅਤੇ ਮੇਰੀ ਭੂਆ ਨੂੰ ਪੁੱਛਿਆ, ਦੀਦੀ ਜੀ, ਤੁਸੀਂ ਨਿਹਾਰਕਾ ਦਾ ਰਿਸ਼ਤਾ ਕਿੱਥੇ ਤੈਅ ਕੀਤਾ ਹੈ। ਭੂਆ ਕਹਿਣ ਲੱਗੀ ਕਿ ਮੈਂ ਜਿੱਥੇ ਵੀ ਉਸਦਾ ਰਿਸ਼ਤਾ ਤੈਅ ਕੀਤਾ ਹੋਵੇ ਤੁਹਾਨੂੰ ਇਸ ਬਾਰੇ ਜਾਣਨ ਦੀ ਲੋੜ ਨਹੀਂ ਹੈ। ਜਦੋਂ ਉਹ ਛੋਟੀ ਸੀ ਤਾਂ ਮੈਂ ਉਸ ਦਾ ਪਾਲਣ ਪੋਸ਼ਣ ਕੀਤਾ ਅਤੇ ਹੁਣ ਮੈਨੂੰ ਉਸ ਦਾ ਰਿਸ਼ਤਾ ਕਰਨ ਦਾ ਹੱਕ ਹੈ। ਭੂਆ ਕਹਿਣ ਲੱਗੀ ਕਿ ਦੀਦੀ, ਮੈਂ ਤੁਹਾਨੂੰ ਕੁਝ ਨਹੀਂ ਕਹਿਣਾ, ਬਸ ਇਹ ਦੱਸ ਦਿਓ ਕਿ ਤੁਸੀਂ ਨਿਹਾਰਕਾ ਦਾ ਰਿਸ਼ਤਾ ਕਿੱਥੇ ਤੈਅ ਕੀਤਾ ਹੈ। ਫਿਰ ਭੂਆ ਨੇ ਜੋ ਵੀ ਕਿਹਾ ਉਸ ਨੇ ਮੈਨੂੰ ਹੈਰਾਨ ਹੀ ਨਹੀਂ ਕੀਤਾ, ਸਗੋਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਵੀ ਵਹਿਣ ਲੱਗੇ। ਭੂਆ ਨੇ ਕਿਹਾ ਕਿ ਮੈਂ ਨਿਹਾਰਕਾ ਦਾ ਰਿਸ਼ਤਾ ਰਵੀ ਨਾਲ ਤੈਅ ਕਰ ਦਿੱਤਾ ਹੈ। ਰਵੀ ਦਾ ਨਾਮ ਸੁਣ ਕੇ ਮੇਰੀ ਮਾਸੀ ਦੰਗ ਰਹਿ ਗਈ। ਮੈਂ ਵੀ ਫਟੀਆਂ ਅੱਖਾਂ ਨਾਲ ਭੂਆ ਵੱਲ ਦੇਖ ਰਹੀ ਸੀ। ਮੈਂ ਪਰਦੇ ਦੇ ਪਿੱਛੇ ਤੋਂ ਬਾਹਰ ਆ ਕੇ ਭੂਆ ਦੇ ਸਾਹਮਣੇ ਆ ਕੇ ਖੜੀ ਹੋ ਗਈ। ਮੈਂ ਰੋਂਦੇ ਹੋਏ ਕਿਹਾ, ਭੂਆ, ਇਹ ਕਿਵੇਂ ਹੋ ਸਕਦਾ ਹੈ? ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਰਵੀ ਮੇਰੇ ਛੋਟੇ ਭਰਾ ਵਰਗਾ ਹੈ। ਮੈਂ ਬਚਪਨ ਤੋਂ ਹੀ ਰਵੀ ਦਾ ਇੱਕ ਵੱਡੀ ਭੈਣ ਬਣ ਕੇ ਕਿੰਨਾ ਖਿਆਲ ਰੱਖਿਆ ਹੈ। ਤੁਸੀਂ ਉਸ ਨੂੰ ਮੇਰਾ ਪਤੀ ਕਿਵੇਂ ਬਣਾ ਸਕਦੇ ਹੋ? ਅਤੇ ਉਹ ਅਜੇ ਬਹੁਤ ਛੋਟਾ ਹੈ। ਭੂਆ ਨੇ ਮੈਨੂੰ ਝਿੜਕਿਆ ਅਤੇ ਮੈਨੂੰ ਕਿਹਾ ਕਿ ਵੱਡਿਆਂ ਦੇ ਵਿਚਕਾਰ ਪੈਰ ਨਹੀਂ ਫਸਾਉਣਾ ਚਾਹੀਦਾ ਅਤੇ ਇਸ ਤਰ੍ਹਾਂ ਲੁਕ-ਲੁਕ ਕੇ ਸਾਡੀਆਂ ਗੱਲਾਂ ਕਿਉਂ ਸੁਣ ਰਹੇ ਸੀ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵਿਆਹ ਕਰਵਾਉਣ ਦਾ ਬਹੁਤ ਸ਼ੌਂਕ ਹੈ, ਇਸੇ ਲਈ ਤੁਸੀਂ ਆਪਣੇ ਵਿਆਹ ਬਾਰੇ ਲੁਕ ਛਿਪ ਕੇ ਗੱਲਾਂ ਸੁਣ ਰਹੇ ਸੀ। ਮੈਂ ਰੋਂਦਿਆਂ ਕਿਹਾ, ਭੂਆ ਜੀ, ਅਜਿਹਾ ਨਹੀਂ ਹੈ।
ਪਰ ਮੇਰਾ ਵਿਆਹ 14 ਸਾਲ ਦੇ ਮੁੰਡੇ ਨਾਲ ਨਾ ਕਰੋ। ਮੇਰੀ ਗੱਲ ਸੁਣ ਕੇ ਭੂਆ ਹੱਸਣ ਲੱਗ ਪਈ। ਉਸ ਨੇ ਕਿਹਾ, ਮੈਂ ਅਜਿਹਾ ਕਿਉਂ ਨਾ ਕਰਾਂ? ਤੁਸੀਂ ਮੇਰੇ ਲਈ ਬਹੁਤ ਸ਼ੁਭ ਹੋ। ਤੁਸੀਂ ਮੇਰੇ ਲਈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਹੋ। ਮੈਂ ਤੁਹਾਨੂੰ ਇਸ ਘਰ ਤੋਂ ਬਾਹਰ ਨਹੀਂ ਜਾਣ ਦਿਆਂਗੀ। ਭੂਆ, ਰੱਬ ਦਾ ਵਾਸਤਾ ਮੇਰੀ ਜ਼ਿੰਦਗੀ ਬਰਬਾਦ ਨਾ ਕਰੋ। ਮੈਂ 14 ਸਾਲ ਦੇ ਬੱਚੇ ਨਾਲ ਕਿਵੇਂ ਰਹਿ ਸਕਾਂਗੀ? ਮੈਂ ਇਸ ਬੱਚੇ ਨੂੰ ਆਪਣਾ ਪਤੀ ਕਿਵੇਂ ਸਵੀਕਾਰ ਕਰ ਸਕਦੀ ਹਾਂ? ਮੈਂ ਰੌਲਾ ਪਾਇਆ ਤਾਂ ਭੂਆ ਨੇ ਮੇਰਾ ਮੂੰਹ ਘੁੱਟ ਕੇ ਫੜ ਲਿਆ ਤੇ ਕਿਹਾ, ਜੇ ਤੁਸੀਂ ਦੁਬਾਰਾ ਅਜਿਹੀ ਗੱਲ ਕਹੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਉਹ ਬੇਸ਼ੱਕ ਤੇਰੇ ਤੋਂ 14 ਸਾਲ ਛੋਟਾ ਹੈ, ਪਰ ਉਹ 17 ਸਾਲ ਦਾ ਜਵਾਨ ਲੱਗਦਾ ਹੈ ਅਤੇ ਤੁਸੀਂ ਵੀ ਜਵਾਨ ਹੋ। ਭੂਆ ਦੀ ਗੱਲ ਵਿਚਾਲੇ ਕੱਢਦੇ ਹੋਏ ਮੈਂ ਕਿਹਾ ਕਿ ਫਿਲਹਾਲ ਤਾਂ ਮੈਂ ਜਵਾਨ ਹਾਂ, ਪਰ ਕੱਲ੍ਹ ਨੂੰ ਜਦੋਂ ਮੇਰੀ ਜਵਾਨੀ ਢਲ ਜਾਵੇਗੀ ਤਾਂ ਉਸ ਸਮੇਂ ਰਵੀ ਜਵਾਨ ਹੋ ਜਾਵੇਗਾ। ਫਿਰ ਰਵੀ ਕੀ ਕਰੇਗਾ? ਕੀ ਉਹ ਮੇਰੇ ਨਾਲ ਰਹਿ ਸਕੇਗਾ? ਕੀ ਉਹ ਬੁੱਢੀ ਪਤਨੀ ਨੂੰ ਆਪਣੇ ਨਾਲ ਰੱਖ ਸਕੇਗਾ? ਕੀ ਉਹ ਬੁੱਢੀ ਪਤਨੀ ਨੂੰ ਸਵੀਕਾਰ ਕਰ ਸਕੇਗਾ? ਮੇਰੀ ਜ਼ਿੰਦਗੀ ਦਾ ਬਰਬਾਦ ਹੋ ਜਾਵੇਗੀ। ਪਰ ਭੂਆ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ। ਉਸ ਨੇ ਕਿਹਾ, ਕੋਈ ਗੱਲ ਨਹੀਂ, ਜਦੋਂ ਉਹ 20-25 ਸਾਲ ਦਾ ਹੋ ਗਿਆ ਤਾਂ ਮੈਂ ਉਸ ਦਾ ਵਿਆਹ ਤੁਹਾਡੇ ਤੋਂ ਛੋਟੀ ਕੁੜੀ ਨਾਲ ਕਰਵਾ ਦਿਆਂਗੀ। ਤਾਂ ਮੈਂ ਕਿਹਾ, ਮੈਂ ਤੁਹਾਡਾ ਕੀ ਮਾੜਾ ਕੀਤਾ ਹੈ? ਆਖਰ ਮੇਰਾ ਕੀ ਕਸੂਰ ਹੈ? ਕੀ ਤੁਸੀਂ ਮੇਰੇ ਨਾਲ ਇੰਨੀ ਵੱਡੀ ਬੇਇਨਸਾਫੀ ਕਰ ਰਹੇ ਹੋ? ਮੇਰਾ ਵਿਆਹ ਉਸ ਲੜਕੇ ਨਾਲ ਕਰਵਾ ਦਿਓਗੇ ਜੋ ਬਾਅਦ ਵਿੱਚ ਦੁਬਾਰਾ ਵਿਆਹ ਕਰੇਗਾ। ਭੂਆ ਦੇ ਸਿਰ ਤੇ ਭੂਤ ਸਵਾਰ ਸੀ। ਉਹ ਕਹਿ ਰਹੀ ਸੀ ਕਿ ਰਵੀ ਦਾ ਵਿਆਹ ਤੇਰੇ ਨਾਲ ਕਰਨਾ ਮੇਰੀ ਮਜਬੂਰੀ ਹੈ। ਜੇਕਰ ਮੈਂ ਅਜਿਹਾ ਨਹੀਂ ਕੀਤਾ ਤਾਂ ਤੁਸੀਂ ਇਸ ਘਰ ਨੂੰ ਛੱਡ ਕੇ ਚਲੇ ਜਾਓਗੇ ਅਤੇ ਮੈਂ ਅਜਿਹਾ ਕਦੇ ਨਹੀਂ ਹੋਣ ਦਿਆਂਗੀ। ਮੈਂ ਅੱਖਾਂ ਵਿੱਚ ਹੰਝੂਆਂ ਨਾਲ ਭੂਆ ਦੀਆਂ ਗੱਲਾਂ ਸੁਣ ਰਹੀ ਸੀ। ਮੈਂ ਸ਼ੁਭ ਅਸ਼ੁਭ ਗੱਲ ਵਿੱਚ ਬਹੁਤ ਵਿਸ਼ਵਾਸ ਨਹੀਂ ਕਰਦੀ ਸੀ, ਪਰ ਭੂਆ ਇਹਨਾਂ ਗੱਲਾਂ ਨੂੰ ਬਹੁਤ ਮੰਨਦੀ ਸੀ। ਉਹ ਕਹਿੰਦੀ, ਮੈਂ ਜਲਦੀ ਤੋਂ ਜਲਦੀ ਤੇਰਾ ਵਿਆਹ ਕਰਵਾ ਦਿਆਂਗੀ। ਭੂਆ ਦੀ ਗੱਲ ਸੁਣ ਕੇ ਮੈਂ ਰੋਣ ਲੱਗ ਪਈ। ਮੇਰੀ ਮਾਸੀ ਮੈਨੂੰ ਦਿਲਾਸਾ ਦੇ ਕੇ ਉੱਥੋਂ ਚਲੀ ਗਈ। ਉਹ ਹੋਰ ਕੀ ਕਰ ਸਕਦੀ ਸੀ? ਪਰ ਇਸ ਤੋਂ ਪਹਿਲਾਂ ਕੁਝ ਹੋਰ ਹੁੰਦਾ। ਇਹ ਖਬਰ ਸਾਰੇ ਪਰਿਵਾਰ ਵਿੱਚ ਫੈਲ ਗਈ। ਭੂਆ ਨੇ ਅਨੋਖਾ ਕਾਰਨਾਮਾ ਕਰ ਦਿੱਤਾ ਤੇ ਫਿਰ ਇੱਕ ਰਾਤ ਭੂਆ ਨੇ ਪੰਡਤ ਨੂੰ ਬੁਲਾ ਲਿਆ। ਉਹ ਮੇਰੇ ਕੋਲ ਆਈ ਤੇ ਕਹਿਣ ਲੱਗੀ, ਚਲੋ ਦੁਲਹਨ ਦੇ ਕੱਪੜੇ ਪਾ ਕੇ ਤਿਆਰ ਹੋ ਜਾਓ। ਮੈਨੂੰ ਭੂਆ ਦੀਆਂ ਗੱਲਾਂ ਦੀ ਸਮਝ ਨਹੀਂ ਆਈ, ਪਰ ਮੈਂ ਦੇਖਿਆ ਕਿ ਭੂਆ ਲਾਲ ਅੱਖਾਂ ਨਾਲ ਮੈਨੂੰ ਵਿਆਹ ਕਰਨ ਲਈ ਕਹਿ ਰਹੀ ਸੀ। ਮੈਂ ਕਿਹਾ, ਭੂਆ ਜੀ, ਇਹ ਸਭ ਕੀ ਹੈ? ਤੁਸੀਂ ਇੰਨੀ ਜਲਦੀ ਕਿਉਂ ਕਰ ਰਹੇ ਹੋ? ਮੈਂ ਇਹ ਵਿਆਹ ਕਦੇ ਨਹੀਂ ਕਰਾਂਗੀ। ਆਖਰ ਇਸ ਵਿਆਹ ਦਾ ਕੀ ਮਤਲਬ ਹੈ? ਮੈਂ ਇੱਕ ਬਾਲਗ ਹਾਂ ਅਤੇ ਮੈਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਪੂਰਾ ਅਧਿਕਾਰ ਹੈ ਕਿ ਕਿਸ ਨਾਲ ਵਿਆਹ ਕਰਨਾ ਹੈ ਅਤੇ ਕਿਸ ਨਾਲ ਨਹੀਂ। ਮੈਂ ਆਪਣੀ ਜਿੱਦ ਤੇ ਅੜੀ ਸੀ। ਮੈਂ ਆਪਣੇ ਮਨ ਵਿੱਚ ਪੱਕਾ ਫੈਸਲਾ ਕਰ ਲਿਆ ਸੀ ਕਿ ਮੈਂ ਉਸ ਬੱਚੇ ਨਾਲ ਕਦੇ ਵੀ ਵਿਆਹ ਨਹੀਂ ਕਰਾਂਗੀ। ਅਤੇ ਫਿਰ ਭੂਆ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਨਾਲ ਮੇਰਾ ਦਿਲ ਟੁੱਟ ਗਿਆ। ਉਸ ਨੇ ਕਿਹਾ ਕਿ ਤੇਰੀ ਮਾਂ ਵੀ ਅਜਿਹੀ ਸੀ ਤੇ ਤੂੰ ਵੀ ਇਹੋ ਜਿਹੀ ਨਿਕਲੀ। ਜੇ ਤੁਸੀਂ ਰਵੀ ਨਾਲ ਵਿਆਹ ਨਹੀਂ ਕੀਤਾ, ਮੈਂ ਤੇਰੀ ਜ਼ਿੰਦਗੀ ਬਰਬਾਦ ਕਰ ਦਿਆਂਗੀ। ਤੂੰ ਆਪਣੇ ਆਪ ਨੂੰ ਕੀ ਸਮਝਦੀ ਹੈ? ਜੇ ਤੂੰ ਇੱਥੋਂ ਵਿਆਹ ਕਰਵਾ ਕੇ ਗਈ ਤਾਂ ਕਿਸੇ ਹੋਰ ਦੇ ਘਰ ਵੀ ਮੈਂ ਤੈਨੂੰ ਬਸਣ ਨਹੀਂ ਦਿਆਂਗੀ। ਮੇਰੀਆਂ ਗੱਲਾਂ ਲਿਖ ਲਵੀਂ। ਮੈਂ ਤੈਨੂੰ ਹਮੇਸ਼ਾ ਆਪਣੇ ਘਰ ਬਿਠਾ ਕੇ ਰੱਖਾਂਗੀ ਤੇ ਤੈਨੂੰ ਇੱਥੇ ਬਿਠਾ ਕੇ ਬੁੱਢੀ ਕਰ ਦਿਆਂਗੀ, ਪਰ ਤੇਰਾ ਕਦੇ ਵਿਆਹ ਨਹੀਂ ਹੋਣ ਦਿਆਂਗੀ। ਮੈਂ ਅੱਖਾਂ ਵਿੱਚ ਹੰਝੂਆਂ ਨਾਲ ਭੂਆ ਦੀਆਂ ਗੱਲਾਂ ਸੁਣ ਰਹੀ ਸੀ। ਉਹ ਮੈਨੂੰ ਕਿਸੇ ਡੈਣ ਤੋਂ ਘੱਟ ਨਹੀਂ ਲੱਗ ਰਹੀ ਸੀ। ਅਤੇ ਫਿਰ ਮੈਂ ਆਪਣਾ ਸਿਰ ਝੁਕਾ ਲਿਆ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਮੈਨੂੰ ਆਪਣੀ ਬੇਵਸੀ ਕਾਰਨ ਰੋਣਾ ਆ ਗਿਆ ਸੀ। ਕੁਝ ਦੇਰ ਬਾਅਦ ਭੂਆ ਦਾ ਪਤੀ ਕਮਰੇ ਵਿੱਚ ਆਇਆ। ਮੈਂ ਰੋਂਦੀ ਹੋਈ ਨੇ ਉਸ ਨੂੰ ਸ਼ਿਕਾਇਤ ਕੀਤੀ। ਉਹ ਮੈਨੂੰ ਆਖਰੀ ਸਹਾਰਾ ਲੱਗ ਰਹੇ ਸਨ, ਪਰ ਉਹਨਾਂ ਨੇ ਕਿਹਾ ਕਿ ਤੇਰੀ ਭੂਆ ਕਦੇ ਵੀ ਜਲਦਬਾਜ਼ੀ ਵਿੱਚ ਕੁਝ ਨਹੀਂ ਕਰਦੀ। ਅੱਜ ਉਹਨਾਂ ਨੇ ਤੁਹਾਨੂੰ ਰਵੀ ਦੀ ਪਤਨੀ ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਹੋ ਸਕਦਾ ਹੈ ਕਿ ਇਹ ਤੁਹਾਡੇ ਭਲੇ ਲਈ ਹੋਵੇ ਅਤੇ ਤੁਹਾਨੂੰ ਇਸ ਘਰ ਵਿੱਚ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਰਹੀ ਗੱਲ ਰਵੀ ਦੇ ਵਿਆਹ ਦੁਆਰਾ ਕਰਵਾਉਣ ਦੀ, ਇਸ ਬਾਰੇ ਤੁਸੀਂ ਚਿੰਤਾ ਨਾ ਕਰੋ। ਜਦੋਂ ਤੱਕ ਮੈਂ ਇਸ ਘਰ ਵਿੱਚ ਹਾਂ, ਤੁਹਾਡਾ ਪਤੀ ਤੁਹਾਡੇ ਨਾਲ ਰਹੇਗਾ ਅਤੇ ਦੁਬਾਰਾ ਵਿਆਹ ਨਹੀਂ ਕਰੇਗਾ। ਪਰਮਾਤਮਾ ਤੁਹਾਨੂੰ ਦੋਹਾਂ ਨੂੰ ਲੰਮੀ ਉਮਰ ਬਖਸ਼ੇ। ਮੈਂ ਰਵੀ ਨੂੰ ਅਜਿਹਾ ਕੁਝ ਨਹੀਂ ਕਰਨ ਦਿਆਂਗਾ। ਮੈਂ ਤੁਹਾਨੂੰ ਵਾਅਦਾ ਕਰਦਾ ਹਾਂ, ਮੈਂ ਰਵੀ ਤੋਂ ਵਾਅਦਾ ਲਵਾਂਗਾ ਕਿ ਉਹ ਹਮੇਸ਼ਾ ਤੇਰੇ ਨਾਲ ਰਹੇਗਾ। ਤੇਰੇ ਤੋਂ ਬਿਨਾਂ ਉਹ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦਾ। ਫੁੱਫੜ ਜੀ ਦੀਆਂ ਗੱਲਾਂ ਸੁਣ ਕੇ ਮੈਨੂੰ ਥੋੜੀ ਰਾਹਤ ਮਹਿਸੂਸ ਹੋਈ। ਮੈਂ ਸੋਚਿਆ ਕਿ ਰਵੀ ਅਜੇ ਬੱਚਾ ਹੈ, ਚਲੋ ਉਹ ਜਵਾਨ ਹੋ ਜਾਵੇਗਾ ਅਤੇ ਜੇਕਰ ਉਹ ਦੁਬਾਰਾ ਵਿਆਹ ਕਰ ਵੀ ਲੈਂਦਾ ਹੈ ਤਾਂ ਇਸ ਨਾਲ ਕੋਈ ਫਰਕ ਨਹੀਂ ਪਵੇਗਾ, ਕਿਉਂਕਿ ਫੁੱਫੜ ਜੀ ਨੇ ਵਾਅਦਾ ਕੀਤਾ ਸੀ ਕਿ ਜੇ ਉਸਨੇ ਅਜਿਹਾ ਕੁਝ ਕੀਤਾ ਤਾਂ
ਉਹ ਆਪਣੀ ਸਾਰੀ ਜਾਇਦਾਦ ਮੇਰੇ ਹਵਾਲੇ ਕਰ ਦੇਣਗੇ। ਘੱਟੋ ਘੱਟ ਮੇਰੀ ਜ਼ਿੰਦਗੀ ਤਾਂ ਆਰਾਮ ਨਾਲ ਬਤੀਤ ਹੀ ਜਾਵੇਗੀ। ਮੈਂ ਹੋਰ ਕੀ ਕਰ ਸਕਦੀ ਸੀ? ਮੈਂ ਇੱਕ ਅਨਾਥ ਕੁੜੀ ਸੀ। ਮੇਰੇ ਸਿਰ ਉੱਤੇ ਮੇਰੇ ਮਾਪਿਆਂ ਦਾ ਹੱਥ ਨਹੀਂ ਸੀ। ਮੈਂ ਦੂਜਿਆਂ ਦੇ ਰਹਿਮੋ ਕਰਮ ਤੇ ਸੀ। ਖੈਰ, ਮੇਰਾ ਵਿਆਹ ਹੋ ਗਿਆ। ਮੇਰਾ ਪਤੀ 14 ਸਾਲ ਦਾ ਇੱਕ ਬੱਚਾ ਬਣ ਗਿਆ ਸੀ। ਮੈਨੂੰ ਉਸ ਬੱਚੇ ਦਾ ਕੋਈ ਡਰ ਨਹੀਂ ਸੀ। ਮੈਨੂੰ ਪਤਾ ਸੀ ਕਿ ਉਹ ਬਹੁਤ ਛੋਟਾ ਬੱਚਾ ਹੈ। ਉਹ ਮੇਰੇ ਨਾਲ ਕੀ ਕਰੇਗਾ? ਮੈਂ ਉਸ ਨੂੰ ਝਿੜਕਾਂਗੀ ਅਤੇ ਉਸ ਨੂੰ ਕਮਰੇ ਤੋਂ ਬਾਹਰ ਭੇਜ ਦਿਆਂਗੀ। ਉਹ ਕਦੇ ਵੀ ਸਿਰ ਉੱਚਾ ਕਰਕੇ ਮੇਰੇ ਨਾਲ ਗੱਲ ਨਹੀਂ ਕਰ ਸਕਦਾ ਸੀ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਆਦਮੀ ਆਦਮੀ ਹੁੰਦਾ ਹੈ, ਚਾਹੇ ਉਹ ਬੱਚਾ ਹੋਵੇ ਜਾਂ ਬਾਲਗ ਜਾਂ ਬੁੱਢਾ ਇਨਸਾਨ। ਉਹਨਾਂ ਦਾ ਸੁਭਾਅ ਇੱਕੋ ਹੁੰਦਾ ਹੈ। ਮੈਂ ਉੱਥੇ ਲਾਲ ਕੱਪੜੇ ਪਾ ਕੇ ਦੁਲਹਨ ਬਣ ਕੇ ਬੈਠੀ ਸੀ। ਫਿਰ ਅਚਾਨਕ ਦਰਵਾਜ਼ਾ ਖੁੱਲ੍ਹਿਆ ਅਤੇ ਰਵੀ ਕਮਰੇ ਵਿੱਚ ਦਾਖਲ ਹੋਇਆ। ਉਹ ਸਿਰਫ 14 ਸਾਲ ਦਾ ਸੀ, ਪਰ ਕੱਦ ਕਾਠ ਤੋਂ ਉਹ 17-18 ਸਾਲ ਦਾ ਲੱਗ ਰਿਹਾ ਸੀ। ਜਿਵੇਂ ਹੀ ਉਹ ਕਮਰੇ ਵਿੱਚ ਦਾਖਲ ਹੋਇਆ, ਉਸਨੇ ਮੇਰੇ ਵੱਲ ਦੇਖਿਆ ਅਤੇ ਕਿਹਾ, ਨਿਹਾਰਿਕਾ, ਤੁਸੀਂ ਬਹੁਤ ਸੁੰਦਰ ਹੋ। ਮੈਂ ਤੁਹਾਡੇ ਨਾਲ ਅਜਿਹਾ ਨਹੀਂ ਕਰਨਾ ਚਾਹੁੰਦਾ, ਪਰ ਮੈਂ ਕੀ ਕਰਾਂ? ਮੇਰੀ ਮਜਬੂਰੀ ਹੈ, ਇਸ ਲਈ ਤੁਹਾਨੂੰ ਮੇਰੇ ਨਾਲ ਆਉਣਾ ਪਵੇਗਾ। ਮੈਂ ਹੈਰਾਨੀ ਨਾਲ ਉਸ ਵੱਲ ਦੇਖਣ ਲੱਗੀ। ਰਵੀ, ਅਸੀਂ ਕਿੱਥੇ ਜਾਣਾ ਹੈ? ਕੀ ਕਹਿ ਰਹੇ ਹੋ? ਆ ਚੁੱਪਚਾਪ ਬੈੱਡ ਤੇ ਸੌਂ ਜਾ। ਰਾਤ ਬਹੁਤ ਹੋ ਚੁੱਕੀ ਹੈ। ਮੈਂ ਉਸ ਨੂੰ ਬੱਚਿਆਂ ਵਾਂਗ ਝਟਕਣ ਲੱਗ ਪਈ। ਮੈਨੂੰ ਅੱਜ ਵੀ ਉਹ ਸਮਾਂ ਯਾਦ ਹੈ ਜਦੋਂ ਮੈਂ ਉਸ ਨੂੰ ਝੜਕਾਂ ਮਾਰ ਕੇ ਉਸ ਦਾ ਸਕੂਲ ਦਾ ਕੰਮ ਕਰਵਾਉਂਦੀ ਸੀ ਅਤੇ ਕਦੇ-ਕਦੇ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਵੀ ਖਵਾਉਂਦੀ ਸੀ। ਅਤੇ ਅੱਜ ਉਹ ਮੇਰਾ ਪਤੀ ਬਣ ਗਿਆ ਸੀ। ਮੈਂ ਆਪਣੀ ਕਿਸਮਤ ਤੇ ਹੱਸ ਰਹੀ ਸੀ। ਮੇਰੀ ਕਿਸਮਤ ਨੇ ਹੀ ਮੇਰੇ ਨਾਲ ਕਿੰਨਾ ਗੰਦਾ ਮਜ਼ਾਕ ਖੇਡਿਆ ਸੀ, ਕਿਉਂਕਿ ਜੋ ਕੁਝ ਹੋ ਰਿਹਾ ਸੀ ਉਹ ਪੂਰੀ ਤਰ੍ਹਾਂ ਮੇਰੀ ਸਮਝ ਤੋਂ ਬਾਹਰ ਸੀ। ਖੈਰ, ਮੈਂ ਰਵੀ ਨੂੰ ਹੋਰ ਕੁਝ ਨਹੀਂ ਕਿਹਾ। ਮੈਂ ਨਹੀਂ ਚਾਹੁੰਦੀ ਸੀ ਕਿ ਉਹ ਪਰੇਸ਼ਾਨ ਹੋ ਜਾਵੇ ਅਤੇ ਫਿਰ ਬੇਵਜ੍ਹਾ ਮੇਰੇ ਤੇ ਆਪਣੀ ਮਰਦਾਨਗੀ ਦਿਖਾਉਣ ਲੱਗੇ। ਰਵੀ ਹੌਲੀ-ਹੌਲੀ ਮੇਰੇ ਨੇੜੇ ਆ ਰਿਹਾ ਸੀ। ਹੁਣ ਮੈਨੂੰ ਉਸ ਤੋਂ ਡਰ ਲੱਗ ਰਿਹਾ ਸੀ। ਮੈਂ ਰਵੀ ਨੂੰ ਆਪਣਾ ਛੋਟਾ ਭਰਾ ਸਮਝਦੀ ਸੀ। ਉਹ ਮੈਨੂੰ ਦੀਦੀ ਕਹਿ ਕੇ ਹੀ ਗੱਲ ਕਰਦਾ ਸੀ। ਉਸ ਨੇ ਆ ਕੇ ਮੰਜੇ ਤੇ ਬੈਠ ਕੇ ਮੈਨੂੰ ਕੁਝ ਅਜਿਹਾ ਕਿਹਾ ਕਿ ਮੈਂ ਹੈਰਾਨ ਰਹਿ ਗਈ। ਮੇਰੇ ਵੱਲ ਝੁਕ ਕੇ ਉਸ ਨੇ ਕਿਹਾ, ਮੈਨੂੰ ਮਾਫ਼ ਕਰ ਦਿਓ। ਮੰਮੀ ਜੀ ਨੇ ਲਾਲਚ ਵਿੱਚ ਆ ਕੇ ਤੇਰਾ ਵਿਆਹ ਮੇਰੇ ਨਾਲ ਕੀਤਾ ਹੈ। ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਬਚਪਨ ਤੋਂ ਮੈਂ ਹਮੇਸ਼ਾ ਦੇਖਿਆ ਹੈ ਕਿ ਤੁਸੀਂ ਮੇਰੀ ਦੇਖਭਾਲ ਕਿਵੇਂ ਕੀਤੀ। ਤੁਸੀਂ ਮੈਨੂੰ ਮਾਂ ਵਾਂਗ ਪਾਲਿਆ। ਹੁਣ ਜੇਕਰ ਮੈਂ ਤੁਹਾਡੇ ਨਾਲ ਵਿਆਹ ਦਾ ਰਿਸ਼ਤਾ ਜੋੜਦਾ ਹਾਂ ਤਾਂ ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਮਾਂ ਭੈਣ ਦਾ ਰਿਸ਼ਤਾ ਖਰਾਬ ਕਰ ਰਿਹਾ ਹੋਵਾਂ, ਅਤੇ ਮੈਂ ਅਜਿਹਾ ਸੋਚ ਵੀ ਨਹੀਂ ਸਕਦਾ। ਭੈਣ ਜੀ, ਮੈਂ ਅੱਜ ਵੀ ਪਹਿਲਾਂ ਵਰਗਾ ਹੀ ਹਾਂ। ਮੈਂ ਤੁਹਾਨੂੰ ਅਜੇ ਵੀ ਆਪਣੀ ਵੱਡੀ ਭੈਣ ਸਮਝਦਾ ਹਾਂ। ਇਸ ਤੋਂ ਇਲਾਵਾ ਕਿਸੇ ਹੋਰ ਰਿਸ਼ਤੇ ਬਾਰੇ ਮੈਂ ਆਪਣੇ ਦਿਮਾਗ ਵਿੱਚ ਸੋਚ ਵੀ ਨਹੀਂ ਸਕਦਾ। ਤੁਸੀਂ ਆਪਣੇ ਮਨ ਵਿੱਚੋਂ ਸਾਰੇ ਡਰ ਦੂਰ ਕਰ ਦਿਓ। ਮੈਂ ਤੁਹਾਨੂੰ ਕਦੇ ਹੱਥ ਨਹੀਂ ਲਾਵਾਂਗਾ। ਮੈਂ ਤੁਹਾਡੇ ਨਾਲ ਕੋਈ ਗਲਤ ਗੱਲ ਨਹੀਂ ਕਰਾਂਗਾ। ਮੈਂ ਤੁਹਾਨੂੰ ਹਮੇਸ਼ਾ ਆਪਣੀ ਵੱਡੀ ਭੈਣ ਸਮਝਿਆ ਹੈ ਅਤੇ ਹਮੇਸ਼ਾ ਤੁਹਾਨੂੰ ਅਜਿਹਾ ਹੀ ਸਮਝਾਂਗਾ। ਪਰ ਤੁਹਾਨੂੰ ਇੱਕ ਰਾਤ ਲਈ ਮੇਰੇ ਨਾਲ ਆਉਣਾ ਪਵੇਗਾ ਅਤੇ ਉਹ ਰਾਤ ਅੱਜ ਦੀ ਰਾਤ ਹੈ। ਰਵੀ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ। ਇੱਕ ਪਾਸੇ ਰਵੀ ਮੈਨੂੰ ਭੈਣ ਕਹਿ ਰਿਹਾ ਸੀ ਅਤੇ ਦੂਜੇ ਪਾਸੇ ਉਹ ਮੈਨੂੰ ਰਾਤ ਨੂੰ ਆਪਣੇ ਨਾਲ ਆਉਣ ਲਈ ਕਹਿ ਰਿਹਾ ਸੀ। ਮੈਂ ਰਵੀ ਨੂੰ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ, ਤੁਸੀਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਕਿੱਥੇ ਜਾਣ ਲਈ ਕਹਿ ਰਹੇ ਹੋ। ਰਵੀ ਨੇ ਮੈਨੂੰ ਦਿਲਾਸਾ ਦਿੱਤਾ ਅਤੇ ਕਿਹਾ, ਭੈਣ, ਮੈਂ ਛੋਟਾ ਹਾਂ ਪਰ ਮੈਂ ਤੁਹਾਡੀ ਰੱਖਿਆ ਜ਼ਰੂਰ ਕਰ ਸਕਦਾ ਹਾਂ, ਕਿਉਂਕਿ ਮੈਂ ਇੱਕ ਆਦਮੀ ਹਾਂ। ਮੈਂ ਤੁਹਾਨੂੰ ਇੱਥੋਂ ਲੈ ਜਾਵਾਂਗਾ। ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਤੁਸੀਂ ਆਓ, ਮੈਂ ਤੁਹਾਨੂੰ ਇੱਥੋਂ ਆਜ਼ਾਦੀ ਦਿਵਾਵਾਂਗਾ ਅਤੇ ਉਸ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਦਾ ਲਈ ਖੁਸ਼ ਰਹਿ ਸਕੋਗੇ। ਇਹ ਕਹਿ ਕੇ ਉਸਨੇ ਮੈਨੂੰ ਚਾਦਰ ਲਪੇਟਣ ਲਈ ਕਿਹਾ। ਉਸਨੇ ਕਿਹਾ, ਮੇਰੇ ਨਾਲ ਕਾਰ ਵਿੱਚ ਬੈਠੋ ਅਤੇ ਹੁਣ ਇਸ ਘਰ ਨੂੰ ਛੱਡ ਦਿਓ। ਖੈਰ, ਰਵੀ ਨੇ ਮੈਨੂੰ ਕਾਰ ਵਿੱਚ ਬਿਠਾ ਲਿਆ। ਰਵੀ ਕਾਰ ਚਲਾ ਰਿਹਾ ਸੀ। ਮੈਨੂੰ ਬਹੁਤ ਹੈਰਾਨੀ ਹੋਈ। ਰਵੀ ਨੇ ਬਹੁਤ ਛੋਟੀ ਉਮਰ ਵਿੱਚ ਡਰਾਈਵਿੰਗ ਸਿੱਖ ਲਈ ਸੀ। ਮੈਂ ਹੈਰਾਨ ਸੀ ਕਿ ਰਵੀ ਕਿੰਨੀ ਸਾਵਧਾਨੀ ਨਾਲ ਗੱਡੀ ਚਲਾ ਰਿਹਾ ਸੀ। ਕਾਫੀ ਦੇਰ ਤੱਕ ਡਰਾਈਵਿੰਗ ਕਰਨ ਤੋਂ ਬਾਅਦ ਉਸ ਨੇ ਇੱਕ ਜਗ੍ਹਾ ਤੇ ਕਾਰ ਰੋਕੀ ਅਤੇ ਕਿਸੇ ਨੂੰ ਫੋਨ ਕਰਨ ਲੱਗਾ। ਹਾਂ, ਦੱਸੋ, ਤੁਸੀਂ ਕਿੱਥੇ ਹੋ? ਜਦੋਂ ਦੂਜੇ ਪਾਸੇ ਤੋਂ ਕੋਈ ਵਿਅਕਤੀ ਉਸ ਨੂੰ ਉਸ ਥਾਂ ਦਾ ਪਤਾ ਦੱਸਣ ਲੱਗਾ ਤਾਂ ਉਸ ਨੇ ਕਾਰ ਉਸ ਪਾਸੇ ਮੋੜ ਦਿੱਤੀ। ਕਰੀਬ 10 ਮਿੰਟ ਬਾਅਦ ਅਸੀਂ ਇੱਕ ਮੰਦਿਰ ਦੇ ਸਾਹਮਣੇ ਪਹੁੰਚ ਗਏ। ਮੈਂ ਦੇਖਿਆ ਕਿ ਮੰਦਿਰ ਵਿੱਚ ਅਜੇ ਵੀ ਲਾਈਟ ਚੱਲ ਰਹੀ ਸੀ। ਹਾਲਾਂਕਿ ਰਾਤ ਦੇ ਕਰੀਬ 2 ਵੱਜ ਚੁੱਕੇ ਸਨ। ਪੂਰੇ ਮੰਦਿਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ। ਮੈਂ ਕਾਰ ਤੋਂ ਉਤਰ ਕੇ ਅੰਦਰ ਆ ਗਈ। ਰਵੀ ਨੇ ਮੈਨੂੰ ਕਿਹਾ, ਮੈਂ ਤੁਹਾਨੂੰ ਇੱਥੇ ਲਿਆਇਆ ਹਾਂ ਕਿਉਂਕਿ ਇੱਥੇ ਤੁਹਾਡੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਣ ਵਾਲੀ ਹੈ। ਮੈਂ ਤੁਹਾਨੂੰ ਕਿਹਾ ਸੀ ਨਾ, ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਮੈਂ ਰਵੀ ਨੂੰ ਪੁੱਛਿਆ,
ਮੈਂ ਇੱਥੇ ਕੀ ਕਰਾਂਗੀ? ਕੌਣ ਮੈਨੂੰ ਇੱਥੇ ਰਹਿਣ ਦੇਵੇਗਾ? ਮੰਦਰ ਵਿੱਚ ਹੀ ਉਹ ਹੱਸ ਕੇ ਬੋਲਿਆ, ਇਦਾਂ ਦੀ ਗੱਲ ਨਹੀਂ ਹੈ ਭੈਣ ਜੀ, ਮੈਂ ਤੈਨੂੰ ਇੱਥੇ ਕਿਸ ਲਈ ਲਿਆਇਆ ਹਾਂ? ਤੂੰ ਅੰਦਰ ਚੱਲ, ਫਿਰ ਮੈਂ ਤੈਨੂੰ ਸਾਰੀ ਸੱਚਾਈ ਦੱਸਾਂਗਾ। ਜਦੋਂ ਮੈਂ ਅੰਦਰ ਗਈ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੰਦਰ ਦਾ ਹਰ ਕੋਨਾ ਸੁੰਦਰਤਾ ਨਾਲ ਸਜਾਇਆ ਹੋਇਆ ਸੀ ਅਤੇ ਰੌਸ਼ਨੀ ਨਾਲ ਚਮਕ ਰਿਹਾ ਸੀ। ਉੱਥੇ ਇੱਕ ਮੁੰਡਾ ਵੀ ਮੌਜੂਦ ਸੀ। ਨੀਲੀ ਜੀਨਸ ਅਤੇ ਵਾਈਟ ਸ਼ਰਟ 'ਚ ਉਹ ਕਾਫੀ ਖੂਬਸੂਰਤ ਲੱਗ ਰਿਹਾ ਸੀ, ਜਿਸ ਨੇ ਨਜ਼ਰ ਝੁਕਾ ਰੱਖੀ ਸੀ। ਇਹ ਕੀ ਹੈ? ਮੈਂ ਹੈਰਾਨੀ ਭਰੀਆਂ ਨਜ਼ਰਾਂ ਨਾਲ ਰਵੀ ਵੱਲ ਦੇਖਣ ਲੱਗੀ। ਰਵੀ ਨੇ ਅੱਗੇ ਹੋ ਕੇ ਕਿਹਾ। ਉਸ ਨੇ ਮੈਨੂੰ ਹੈਰਾਨ ਕਰ ਦਿੱਤਾ। ਰਵੀ ਨੇ ਬੜੇ ਆਰਾਮ ਨਾਲ ਕਿਹਾ, ਉਹ ਤੁਹਾਡਾ ਪਤੀ ਹੈ। ਮੈਂ ਕਿਹਾ, ਤੁਸੀਂ ਕੀ ਕਹਿ ਰਹੇ ਹੋ? ਰਵੀ, ਇਹ ਬੰਦਾ ਕੌਣ ਹੈ? ਸੱਚ ਦੱਸ। ਦੇਖ ਭੈਣ, ਮੈਂ ਤੈਨੂੰ ਕਿਸੇ ਹੋਰ ਥਾਂ ਵੀ ਲੈ ਜਾ ਸਕਦਾ ਸੀ, ਪਰ ਇਸ ਸਮੇਂ ਤੈਨੂੰ ਲੱਗਦਾ ਹੈ ਕਿ ਮੈਂ ਤੇਰੇ ਨਾਲ ਮਜ਼ਾਕ ਕਰ ਰਿਹਾ ਹਾਂ ਜਾਂ ਤੈਨੂੰ ਵੇਚਣ ਜਾ ਰਿਹਾ ਹਾਂ। ਹੋ ਸਕਦਾ ਹੈ ਕਿ ਤੁਸੀਂ ਮੇਰੇ ਬਾਰੇ ਇਹ ਸਭ ਕੁਝ ਸੋਚ ਰਹੇ ਹੋਵੋਗੇ, ਪਰ ਮੈਂ ਤੁਹਾਨੂੰ ਇੱਥੇ ਰੱਬ ਦੇ ਘਰ ਇਸ ਲਈ ਲਿਆਇਆ ਹਾਂ ਤਾਂ ਜੋ ਤੁਹਾਨੂੰ ਮੇਰੇ ਉੱਤੇ ਕੋਈ ਸ਼ੱਕ ਨਾ ਹੋਵੇ ਅਤੇ ਬਾਅਦ ਵਿੱਚ ਤੁਸੀਂ ਇਹ ਨਾ ਸੋਚੋ ਕਿ ਮੈਂ ਤੁਹਾਨੂੰ ਵੇਚ ਕੇ ਚਲਾ ਗਿਆ ਹਾਂ। ਮੈਂ ਤੈਨੂੰ ਵਿਆਹ ਕਰਾਉਣ ਲਈ ਇੱਥੇ ਲਿਆਇਆ ਹਾਂ ਤੇ ਤੂੰ ਦੇਖ, ਇਹ ਲੜਕਾ ਜਿਸ ਦਾ ਨਾਮ ਸਮੀਰ ਹੈ, ਬਹੁਤ ਵਧੀਆ ਮੁੰਡਾ ਹੈ। ਤੁਸੀਂ ਇਸ ਨਾਲ ਬਹੁਤ ਖੁਸ਼ ਰਹੋਗੇ ਤੇ ਜ਼ਿੰਦਗੀ ਵਿੱਚ ਆਪਣੇ ਸਾਰੇ ਦੁੱਖ ਭੁੱਲ ਜਾਓਗੇ। ਰਵੀ ਮੇਰੇ ਨੇੜੇ ਆਇਆ ਅਤੇ ਮੇਰੀਆਂ ਅੱਖਾਂ ਵਿੱਚ ਵੇਖਿਆ ਅਤੇ ਕਿਹਾ, ਨਿਹਾਰਕਾ, ਮੈਂ ਤੁਹਾਨੂੰ ਤਲਾਕ ਦਿੰਦਾ ਹਾਂ। ਇਹ ਤਲਾਕ ਦੇ ਕਾਗਜ਼ ਹਨ ਜੋ ਮੈਂ ਪਹਿਲਾਂ ਹੀ ਤਿਆਰ ਕੀਤੇ ਸਨ। ਮੈਨੂੰ ਇਸ ਗੱਲ ਤੋਂ ਕੋਈ ਫਰਕ ਨਹੀਂ ਪਿਆ ਕਿ ਰਵੀ ਨੇ ਮੈਨੂੰ ਤਲਾਕ ਦੇ ਦਿੱਤਾ ਸੀ। ਮੈਂ ਰਵੀ ਨੂੰ ਕਦੇ ਵੀ ਆਪਣਾ ਪਤੀ ਨਹੀਂ ਮੰਨਿਆ ਸੀ, ਪਰ ਤਲਾਕ ਦੀਆਂ ਗੱਲਾਂ ਸੁਣ ਕੇ ਬਹੁਤ ਅਜੀਬ ਲੱਗਦਾ ਹੈ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ, ਸ਼ਾਇਦ ਰਵੀ ਦੀ ਮਹਾਨਤਾ ਤੇ ਜਾਂ ਆਪਣੀ ਚੰਗੀ ਕਿਸਮਤ ਤੇ। ਰਵੀ ਨੇ ਮੇਰੀਆਂ ਅੱਖਾਂ 'ਚੋਂ ਹੰਝੂ ਪੂੰਝਦੇ ਹੋਏ ਕਿਹਾ, ਮੈਂ ਤਾਂ ਤੈਨੂੰ ਸਦਾ ਹੀ ਭੈਣ ਸਮਝਿਆ, ਫਿਰ ਮੈਂ ਤੈਨੂੰ ਆਪਣੀ ਪਤਨੀ ਦਾ ਸਥਾਨ ਕਿਵੇਂ ਦੇ ਸਕਦਾ ਹਾਂ? ਮੈਂ ਤੇਰੀ ਜ਼ਿੰਦਗੀ ਤੋਂ ਸਦਾ ਲਈ ਦੂਰ ਚਲਾ ਜਾਵਾਂਗਾ ਤੇ ਬਾਕੀ ਦੇ ਸਫ਼ਰ ਦਾ ਫੈਸਲਾ ਤੁਸੀਂ ਆਪ ਕਰੋਗੇ। ਫਿਰ ਉਹ ਮੇਰਾ ਹੱਥ ਫੜ ਕੇ ਉਸ ਲੜਕੇ ਦੇ ਸਾਹਮਣੇ ਲੈ ਗਿਆ ਅਤੇ ਮੈਨੂੰ ਉੱਥੇ ਬਿਠਾ ਦਿੱਤਾ। ਥੋੜੀ ਦੇਰ ਵਿੱਚ ਪੰਡਤ ਜੀ ਵੀ ਆ ਗਏ ਅਤੇ ਮੰਤਰ ਦਾ ਜਾਪ ਕਰਨ ਲੱਗੇ ਅਤੇ ਕੁਝ ਸਮੇਂ ਵਿੱਚ ਹੀ ਮੇਰਾ ਵਿਆਹ ਸਮੀਰ ਨਾਲ ਹੋ ਗਿਆ। ਰਵੀ ਕਦੋਂ ਤੋਂ ਇੰਨਾ ਸਮਝਦਾਰ ਅਤੇ ਜ਼ਿੰਮੇਦਾਰ ਬਣ ਗਿਆ, ਮੈਂ ਹੈਰਾਨ ਸੀ। ਤਾਂ ਪੰਡਤ ਜੀ ਨੇ ਸਾਡਾ ਵਿਆਹ ਕਰਵਾ ਦਿੱਤਾ। ਸਮੀਰ ਮੇਰਾ ਪਤੀ ਬਣ ਗਿਆ। ਜਦੋਂ ਮੈਂ ਪਹਿਲੀ ਵਾਰ ਸਮੀਰ ਵੱਲ ਧਿਆਨ ਨਾਲ ਦੇਖਿਆ ਤਾਂ ਮੈਂ ਉਸ ਦੀਆਂ ਅੱਖਾਂ ਵਿੱਚ ਗੁਆਚ ਗਈ। ਉਹ ਬਹੁਤ ਖੂਬਸੂਰਤ ਲੱਗ ਰਿਹਾ ਸੀ। ਉਸ ਦੀਆਂ ਵੱਡੀਆਂ ਅੱਖਾਂ ਵਿੱਚ ਬਹੁਤ ਪਿਆਰ ਅਤੇ ਸੱਚਾਈ ਝਲਕ ਰਹੀ ਸੀ। ਜਦੋਂ ਮੈਂ ਸਮੀਰ ਨੂੰ ਦੇਖਿਆ ਤਾਂ ਮੈਨੂੰ ਲੱਗਾ ਕਿ ਉਹ ਮੇਰਾ ਪਤੀ ਬਣਨ ਦੇ ਲਾਇਕ ਹੈ। ਰਵੀ ਮੇਰੀ ਜ਼ਿੰਦਗੀ ਤੋਂ ਚਲਾ ਗਿਆ ਸੀ ਕਿਉਂਕਿ ਸਾਡਾ ਕੋਈ ਰਿਸ਼ਤਾ ਨਹੀਂ ਸੀ। ਸਮੀਰ ਦੇ ਕੁਝ ਦੋਸਤ ਵੀ ਆਏ ਹੋਏ ਸਨ। ਜਿਵੇਂ ਹੀ ਵਿਆਹ ਹੋਇਆ, ਸਮੀਰ ਦੇ ਦੋਸਤਾਂ ਨੇ ਉਸ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜੱਫੀ ਪਾ ਲਈ। ਸਮੀਰ ਨੇ ਮੈਨੂੰ ਕਿਹਾ ਕਿ ਤੁਹਾਨੂੰ ਬਹੁਤ ਖੁਸ਼ ਰੱਖਾਂਗਾ। ਤੁਹਾਡੇ ਭਰਾ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਤੇਰੀ ਭੂਆ ਤੇਰੇ ਤੇ ਜ਼ੁਲਮ ਕਰਦੀ ਸੀ ਤੇ ਤੇਰਾ ਵਿਆਹ ਵੀ ਉਸਨੇ ਇੱਕ 14 ਸਾਲ ਦੇ ਬੱਚੇ ਨਾਲ ਕਰ ਦਿੱਤਾ ਕਿਉਂਕਿ ਉਹ ਲਾਲਚੀ ਹੋ ਗਈ ਸੀ ਅਤੇ ਤੁਹਾਨੂੰ ਹਮੇਸ਼ਾ ਲਈ ਆਪਣੇ ਘਰ ਵਿੱਚ ਰੱਖਣਾ ਚਾਹੁੰਦੀ ਸੀ। ਉਹ ਵਹਿਮਾਂ ਭਰਮਾਂ ਵਿੱਚ ਪੈ ਗਈ ਸੀ। ਰਵੀ ਤੁਹਾਡਾ ਬਹੁਤ ਸਤਿਕਾਰ ਕਰਦਾ ਹੈ। ਉਹ ਹਮੇਸ਼ਾ ਤੇਰਾ ਨਾਮ ਬੜੇ ਆਦਰ ਨਾਲ ਲੈਂਦਾ ਸੀ। ਕਈ ਵਾਰ ਉਹ ਮੇਰੇ ਨਾਲ ਵੀ ਤੇਰੇ ਬਾਰੇ ਗੱਲਾਂ ਕਰਦਾ ਸੀ ਕਿ ਮੇਰੀ ਭੈਣ ਨੇ ਮੈਨੂੰ ਮਾਂ ਬਣ ਕੇ ਪਾਲਿਆ ਹੈ, ਪਰ ਤੇਰੀ ਭੂਆ ਨੇ ਤੇਰੇ ਨਾਲ ਗਲਤ ਕੀਤਾ, ਜਿਸ ਕਾਰਨ ਤੁਸੀਂ ਦੋਵੇਂ ਇਸ ਰਿਸ਼ਤੇ ਵਿੱਚ ਬੰਨੇ ਗਏ। ਹਾਲਾਂਕਿ ਸੱਚਾਈ ਇਹ ਹੈ ਕਿ ਰਵੀ ਕਿਸੇ ਹੋਰ ਲੜਕੀ ਨੂੰ ਪਸੰਦ ਕਰਦਾ ਹੈ ਅਤੇ ਭਵਿੱਖ ਵਿੱਚ ਉਸੇ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਮੈਂ ਰਵੀ ਵੱਲ ਦੇਖਿਆ ਤੇ ਰਵੀ ਨੇ ਵੀ ਹਾਂ ਵਿੱਚ ਸਿਰ ਹਿਲਾਇਆ ਅਤੇ ਕਿਹਾ, ਭੈਣ ਜੀ, ਤੁਸੀਂ ਹੁਣ ਉਹਨਾਂ ਕੋਲ ਹੀ ਰਹੋਗੇ ਸਾਰੀ ਉਮਰ। ਹੁਣ ਭੂਆ ਤੈਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ। ਉਸਨੇ ਤੈਨੂੰ ਮੇਰੇ ਹਵਾਲੇ ਕਰ ਦਿੱਤਾ ਅਤੇ ਤੂੰ ਮੇਰੀ ਪਤਨੀ ਬਣ ਗਈ। ਹੁਣ ਇਹ ਮੇਰਾ ਹੱਕ ਸੀ ਕਿ ਤੈਨੂੰ ਜਿਸ ਨਾਲ ਚਾਹਾਂ ਰੱਖਾਂ। ਰਾਤ ਹੋ ਰਹੀ ਸੀ। ਰਵੀ ਘਰ ਚਲਾ ਗਿਆ। ਸਮੀਰ ਨੇ ਮੇਰਾ ਹੱਥ ਫੜ ਕੇ ਕਿਹਾ, ਚਲੋ ਘਰ ਚੱਲੀਏ, ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਇੱਕ ਰਾਜ ਦੱਸਣਾ ਚਾਹੁੰਦਾ ਹਾਂ। ਮੈਂ ਕਿਹਾ, ਠੀਕ ਹੈ। ਰਵੀ ਦੇ ਜਾਣ ਤੋਂ ਬਾਅਦ ਮੈਂ ਥੋੜਾ ਚਿੰਤਤ ਸੀ ਕਿ ਇਹ ਨਵੇਂ ਲੋਕ ਹਨ, ਪੂਰੀ ਤਰ੍ਹਾਂ ਅਜਨਬੀ, ਕਿਤੇ ਮੇਰੇ ਨਾਲ ਧੋਖਾ ਨਾ ਹੋ ਜਾਵੇ, ਮੇਰੇ ਨਾਲ ਕੋਈ ਜੁਰਮ ਨਾ ਹੋ ਜਾਵੇ, ਪਰ ਅਜਿਹਾ ਨਹੀਂ ਹੋਇਆ। ਸਮੀਰ ਮੈਨੂੰ ਆਪਣੇ ਘਰ ਲੈ ਆਇਆ। ਸਮੀਰ ਦਾ ਘਰ ਛੋਟਾ ਸੀ ਪਰ ਬਹੁਤ ਸੋਹਣਾ ਸੀ। 2 ਕਮਰਿਆਂ ਵਾਲਾ ਘਰ ਜਿਸ ਵਿੱਚ ਹਰ ਲੋੜ ਦੀ ਚੀਜ਼ ਸੀ। ਸਮੀਰ ਮੈਨੂੰ ਕਮਰੇ ਦੇ ਅੰਦਰ ਲੈ ਗਿਆ ਅਤੇ ਕਿਹਾ ਕਿ ਅੱਜ ਤੋਂ ਇਹ ਸਭ ਤੁਹਾਡਾ ਹੈ। ਮੇਰੀ ਜ਼ਿੰਦਗੀ ਦਾ ਇੱਕ ਰਾਜ ਇਹ ਹੈ, ਮੈਂ ਪਹਿਲਾਂ ਵਿਆਹਿਆ ਹੋਇਆ ਸੀ। ਇਹ ਸੁਣ ਕੇ ਮੇਰਾ ਦਿਲ ਟੁੱਟ ਗਿਆ। ਮੈਂ ਜਿਸ ਡਰ ਦੇ ਕਾਰਨ ਰਵੀ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ,
ਇੱਥੇ ਵੀ ਮੇਰੇ ਸਿਰ ਉੱਤੇ ਉਹੀ ਤਲਵਾਰ ਲਟਕ ਰਹੀ ਸੀ। ਸਮੀਰ ਕਹਿਣ ਲੱਗਾ, ਮੈਨੂੰ ਆਪਣੀ ਕਾਲਜ ਦੀ ਕੁੜੀ ਸ਼ਰੂਤੀ ਨਾਲ ਬਹੁਤ ਪਿਆਰ ਸੀ। ਉਹ ਇੱਕ ਅਮੀਰ ਪਿਤਾ ਦੀ ਹੰਕਾਰੀ ਧੀ ਸੀ, ਪਰ ਜਦੋਂ ਮੈਂ ਉਸ ਨੂੰ ਆਪਣਾ ਪਿਆਰ ਜ਼ਾਹਰ ਕੀਤਾ ਤਾਂ ਉਸਨੇ ਮੇਰਾ ਪਿਆਰ ਸਵੀਕਾਰ ਕਰ ਲਿਆ। ਮੈਂ ਬਹੁਤ ਖੁਸ਼ ਸੀ। ਅਸੀਂ ਕੁਝ ਹੀ ਦਿਨਾਂ ਵਿੱਚ ਵਿਆਹ ਕਰਵਾ ਲਿਆ, ਪਰ ਸ਼ਰੂਤੀ ਦਾ ਜੀਵਨ ਜੀਣ ਦਾ ਆਪਣਾ ਵੱਖਰਾ ਅੰਦਾਜ਼ ਸੀ। ਮੈਨੂੰ ਉਸ ਦੀ ਆਜ਼ਾਦੀ ਬਿਲਕੁਲ ਵੀ ਪਸੰਦ ਨਹੀਂ ਸੀ। ਜਦੋਂ ਮੈਂ ਉਸ ਨੂੰ ਰੋਕਿਆ ਤਾਂ ਇਸ ਲਈ ਉਹ ਮੇਰੇ ਨਾਲ ਗੁੱਸੇ ਰਹਿਣ ਲੱਗੀ ਅਤੇ ਇੱਕ ਦਿਨ ਉਹ ਮੈਨੂੰ ਛੱਡ ਕੇ ਚਲੀ ਗਈ। ਮੈਂ ਵੀ ਉਸ ਨੂੰ ਤਲਾਕ ਦੇ ਦਿੱਤਾ ਸੀ ਅਤੇ ਮੈਂ ਆਪਣੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਇਕੱਲਾ ਸੀ। ਸ਼ਾਇਦ ਮੈਂ ਜ਼ਿੰਦਗੀ ਭਰ ਵਿਆਹ ਨਹੀਂ ਕਰਦਾ, ਕਿਉਂਕਿ ਇੱਕ ਵਾਰ ਪਿਆਰ ਹੋ ਜਾਣ ਤੋਂ ਬਾਅਦ ਮੇਰੇ ਲਈ ਕਿਸੇ ਹੋਰ ਨੂੰ ਚੁਣਨ ਦੀ ਗੁੰਜਾਇਸ਼ ਨਹੀਂ ਸੀ। ਪਰ ਜਦੋਂ ਮੈਂ ਤੇਰੀ ਸਾਰੀ ਕਹਾਣੀ ਰਵੀ ਦੇ ਮੂੰਹੋਂ ਸੁਣੀ ਤਾਂ ਮੈਂ ਤੇਰਾ ਸਹਾਰਾ ਬਣਨ ਲਈ ਮਜਬੂਰ ਹੋ ਗਿਆ। ਇਹ ਕਹਿੰਦੇ ਹੋਏ ਸਮੀਰ ਨੇ ਮੇਰਾ ਹੱਥ ਫੜ ਲਿਆ। ਸਮੀਰ ਬੋਲਿਆ, ਨਿਹਾਰਿਕਾ, ਮੈਂ ਤੈਨੂੰ ਹਮੇਸ਼ਾ ਖੁਸ਼ ਰੱਖਾਂਗਾ। ਬਸ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਮੇਰੇ ਤੋਂ ਇਲਾਵਾ ਕਿਸੇ ਹੋਰ ਆਦਮੀ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਨਹੀਂ ਕਰੋਗੇ। ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ ਹਾਂ, ਪਰ ਮੈਂ ਆਪਣੀ ਪਤਨੀ ਦੇ ਦਿਲ ਵਿੱਚ ਕਿਸੇ ਹੋਰ ਆਦਮੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਇਸੇ ਲਈ ਮੈਂ ਸ਼ਰੂਤੀ ਨੂੰ ਤਲਾਕ ਦੇ ਦਿੱਤਾ, ਕਿਉਂਕਿ ਉਹ ਮੇਰੇ ਨਾਲ ਧੋਖਾ ਕਰਨ ਲੱਗੀ। ਮੈਂ ਸਮੀਰ ਨੂੰ ਯਕੀਨ ਦਿਵਾਇਆ ਕਿ ਤੇਰੇ ਸਿਵਾਏ ਮੇਰੀ ਜ਼ਿੰਦਗੀ ਵਿੱਚ ਹੋਰ ਕੋਈ ਨਹੀਂ ਆਵੇਗਾ। ਸਮੀਰ ਨੇ ਮੈਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ ਅਤੇ ਫਿਰ ਅਸੀਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਮੈਂ ਸਮੀਰ ਤੋਂ ਬਹੁਤ ਖੁਸ਼ ਹਾਂ। ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਕਦੇ ਵੀ ਸਬਰ ਨਾ ਛੱਡੋ। ਰੱਬ ਅੱਗੇ ਕਦੇ ਵੀ ਸ਼ਿਕਾਇਤ ਨਾ ਕਰੋ, ਕਿਉਂਕਿ ਪ੍ਰਮਾਤਮਾ ਸਾਡੇ ਲਈ ਜੋ ਵੀ ਕਰਦਾ ਹੈ ਚੰਗਾ ਕਰਦਾ ਹੈ। ਤਾਂ ਦੋਸਤੋ, ਅੱਜ ਸਾਡੀ ਇਹ ਕਹਾਣੀ ਸੀ। ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਤੁਹਾਨੂੰ ਇਹ ਵਧੀਆ ਲੱਗੀ ਤਾਂ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਲਾਈਕ ਕਰੋ, ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਦਿਓ, ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਜਾਂ ਨਹੀਂ। ਹਰ ਰੋਜ਼ ਨਵੀਂ ਕਹਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।